ਵਿਦੇਸ਼ ਤੋਂ ਵਾਪਸ ਆਈ ਧੀ ਨੇ ਜਦੋਂ ਆਪਣੀ ਮਾਂ ਨੂੰ ਕੁੱਤੇ ਦੀ ਥਾਲੀ ਵਿੱਚ ਖਾਣਾ ਖਾਂਦੇ ਵੇਖਿਆ ਤਾਂ ਉਸਨੇ ਭਰਾ ਭਾਬੀ ਨਾਲ ਕੀਤਾ ਕੁਝ ਅਜਿਹਾ ਕਿ ਅੱਜ ਬਹੁਤ ਗਰਮੀ ਦਾ ਦਿਨ ਹੈ। ਝੁਲਸਾ ਦੇਣ ਵਾਲੀ ਗਰਮੀ ਨਾਲ ਹਰ ਕੋਈ ਪਰੇਸ਼ਾਨ ਹੈ। ਮਹਿੰਦਰ ਕੌਰ ਬਿਹਾਲ ਜਿਹੀ ਆਪਣੇ ਕਮਰੇ ਦੇ ਦਰਵਾਜ਼ੇ ਵਿੱਚ ਬੈਠੀ ਹੋਈ ਸੀ। ਬਿਜਲੀ ਗਈ ਹੋਈ ਸੀ। ਵੈਸੇ ਵੀ ਉਸ ਦੇ ਕਮਰੇ ਵਿੱਚ ਜੋ ਪੱਖਾ ਲੱਗਿਆ ਹੋਇਆ ਹੈ ਉਹ ਬਹੁਤ ਹੀ ਹੌਲੀ ਚੱਲਦਾ ਸੀ। ਗਰਮੀ ਨਾਲ ਉਸ ਦਾ ਬੁਰਾ ਹਾਲ ਸੀ। ਗਰਮੀ ਨਾਲ ਉਹਨੂੰ ਕੁਝ ਸਮਝ ਵੀ ਨਹੀਂ ਸੀ ਆ ਰਿਹਾ। ਉਸ ਦਾ ਮਾਨਸਿਕ ਸੰਤੁਲਨ ਵੀ ਠੀਕ ਨਹੀਂ ਸੀ। ਅਚਾਨਕ ਹੀ ਉਹ ਦਰਵਾਜ਼ੇ ਵਿੱਚੋਂ ਉੱਠੀ ਤੇ ਬਾਹਰ ਵਿਹੜੇ ਵਿੱਚ ਲੱਗੀ ਟੂਟੀ ਕੋਲ ਆ ਕੇ ਬੈਠ ਗਈ ਤੇ ਕੱਪੜੇ ਉਤਾਰ ਕੇ ਉੱਪਰ ਪਾਣੀ ਪਾਉਣ ਲੱਗੀ। ਹਾਏ ਹਾਏ ਦਾਦੀ, ਸ਼ੇਮ ਸ਼ੇਮ, ਦਾਦੀ ਬਾਹਰ ਹੀ ਨਹਾ ਰਹੀ ਆ, ਪਾਗਲ ਦਾਦੀ। 5 ਸਾਲ ਦਾ ਹਰਵੀਰ ਤੇ 4 ਸਾਲ ਦੀ ਮਨਵੀਰ ਨੇ ਜਦੋਂ ਆਪਣੀ ਦਾਦੀ ਨੂੰ ਬਾਹਰ ਵਿਹੜੇ ਵਿੱਚ ਬਿਨਾਂ ਕੱਪੜਿਆਂ ਤੋਂ ਨਹਾਉਂਦੇ ਦੇਖਿਆ ਤਾਂ ਉਹ ਹੱਸ ਕੇ ਦਾਦੀ ਦਾ ਮਜ਼ਾਕ ਬਣਾਉਣ ਲੱਗੇ। ਬੱਚਿਆਂ ਦੀ ਆਵਾਜ਼ ਸੁਣ ਕੇ ਨੂੰਹ ਬਾਹਰ ਆਈ ਤੇ ਆਪਣੀ ਸੱਸ ਨੂੰ ਦੇਖ ਕੇ ਬੋਲੀ, ਹਾਏ ਰੱਬਾ, ਇਸ ਨੂੰ ਸ਼ਰਮ ਹੀ ਨਹੀਂ ਆਉਂਦੀ। ਜਿੱਥੇ ਜੀ ਕਰਦਾ ਉੱਥੇ ਹੀ ਬੈਠ ਕੇ ਨਹਾਉਣ ਲੱਗ ਜਾਂਦੀ ਆ। ਸ਼ਰਮ ਨਾਮ ਦੀ ਤਾਂ ਕੋਈ ਚੀਜ਼ ਹੈ ਹੀ ਨਹੀਂ। ਨੂੰਹ ਪੁੱਤ ਤੇ ਬੱਚੇ ਘਰ ਵਿੱਚ ਹਨ, ਸਾਨੂੰ ਵੀ ਪਾਗਲ ਕਰਕੇ ਛੱਡੇਂਗੀ। ਚਲੋ ਬੱਚਿਓ, ਤੁਸੀਂ ਅੰਦਰ ਕਮਰੇ ਵਿੱਚ ਜਾਓ। ਇਹਦਾ ਕੋਈ ਭਰੋਸਾ ਨਹੀਂ ਕਦੋਂ ਕਿਸੇ ਨੂੰ ਨੁਕਸਾਨ ਪਹੁੰਚਾ ਦੇਵੇ। ਉਹ ਦੋਨਾਂ ਬੱਚਿਆਂ ਨੂੰ ਫੜ ਕੇ ਅੰਦਰ ਲੈ ਗਈ। ਮਹਿੰਦਰ ਕੌਰ ਬਿਨਾਂ ਕੁਝ ਕਹੇ ਆਪਣੇ ਕੱਪੜੇ ਚੱਕ ਕੇ ਆਪਣੇ ਕਮਰੇ ਵਿੱਚ ਚਲੀ ਗਈ। ਅਗਲੇ ਦਿਨ ਸਵੇਰੇ ਜਦੋਂ ਮਹਿੰਦਰ ਕੌਰ ਦੀ ਗੁਆਂਢਣ ਸੌਂ ਕੇ ਉੱਠੀ ਤਾਂ ਬਾਹਰ ਵਿਹੜੇ ਵਿੱਚ ਆਈ ਤਾਂ ਮਹਿੰਦਰ ਕੌਰ ਨੂੰ ਦੇਖ ਕੇ ਚੌਂਕ ਗਈ ਕਿ ਮਹਿੰਦਰ ਕੌਰ ਵਿਹੜੇ ਵਿੱਚ ਉਹਨਾਂ ਦੇ ਕੁੱਤੇ ਦੀ ਥਾਲੀ ਵਿੱਚੋਂ ਰੋਟੀ ਖਾ ਰਹੀ ਸੀ। ਹਾਏ ਹਾਏ ਮਹਿੰਦਰ ਭੈਣ ਜੀ, ਇਹ ਕੀ ਕਰਦੀਆਂ? ਇਹ ਕੁੱਤੇ ਦਾ ਖਾਣਾ, ਤੂੰ ਇਸ ਨੂੰ ਨਾ ਖਾ। ਮੇਰੇ ਨਾਲ ਅੰਦਰ ਚੱਲ, ਮੈਂ ਤੈਨੂੰ ਖਾਣਾ ਦਿੰਦੀ ਹਾਂ। ਉਹ ਮਹਿੰਦਰ ਕੌਰ ਦਾ ਹੱਥ ਫੜ ਕੇ ਆਪਣੇ ਨਾਲ ਅੰਦਰ ਲੈ ਗਈ ਤੇ ਉਹਦੇ ਲਈ ਗਰਮ ਚਾਹ ਤੇ ਪਰੌਂਠੇ ਬਣਾਏ। ਬੜੇ ਪਿਆਰ ਨਾਲ ਮਹਿੰਦਰ ਕੌਰ ਨੂੰ ਖਵਾਏ ਤੇ ਖੁਦ ਵੀ ਖਾਧੇ। ਮਹਿੰਦਰ ਕੌਰ ਖਾਣੇ ਤੇ ਇਸ ਤਰ੍ਹਾਂ ਟੁੱਟ ਪਈ ਜਿਵੇਂ ਸਦੀਆਂ ਤੋਂ ਭੁੱਖੀ ਹੋਵੇ। ਉਸ ਦੀ ਗੁਆਂਢਣ ਉਸ ਨੂੰ ਇਸ ਤਰ੍ਹਾਂ ਖਾਂਦੇ ਹੋਏ ਦੇਖ ਕੇ ਮਨ ਹੀ ਮਨ ਬੋਲੀ, ਹੇ ਪਰਮਾਤਮਾ, ਮੇਰੀ ਤੇਰੇ ਅੱਗੇ ਅਰਜ਼ ਆ ਕਿ ਅਜਿਹੇ ਨੂੰਹ ਪੁੱਤ ਕਿਸੇ ਦੁਸ਼ਮਣ ਨੂੰ ਵੀ ਨਾ ਦੇਈਂ। ਮਹਿੰਦਰ ਕੌਰ ਨੂੰ ਖਾਣਾ ਖਵਾ ਕੇ ਉਹਨਾਂ ਦੇ ਘਰ ਛੱਡ ਦਿੱਤਾ ਤੇ ਉਸ ਦੀ ਨੂੰਹ ਨੂੰ ਉਹਨਾਂ ਦਾ ਖਿਆਲ ਰੱਖਣ ਲਈ ਕਹਿ ਕੇ ਆਪਣੇ ਘਰ ਆ ਗਈ। ਗੁਆਂਢਣ ਦੇ ਜਾਣ ਤੋਂ ਬਾਅਦ ਨੂੰਹ ਆਪਣੀ ਸੱਸ ਨੂੰ ਧੱਕਾ ਦੇ ਕੇ ਬੋਲੀ, ਮੇਰਾ ਜੀਣਾ ਹਰਾਮ ਕੀਤਾ ਹੋਇਆ ਹੈ। ਪਤਾ ਨਹੀਂ ਕਿਵੇਂ ਅੱਖ ਬੁਝਾ ਕੇ ਬਾਹਰ ਭੱਜ ਜਾਂਦੀ ਆ ਤੇ ਗੁਆਂਢੀਆਂ ਸਾਹਮਣੇ ਮੇਰੀ ਬੇਇੱਜ਼ਤੀ ਕਰਵਾ ਦਿੰਦੀ ਹੈ। ਮਹਿੰਦਰ ਕੌਰ ਵਿਚਾਰੀ ਕੁਝ ਨਹੀਂ ਬੋਲੀ। ਚਾਹੇ ਉਸ ਨੂੰ ਮਾਰੋ, ਕੁੱਟੋ, ਧੱਕੇ ਦਿਓ ਜਾਂ ਗਾਲਾਂ ਕੱਢੋ, ਉਹ ਵਿਚਾਰੀ ਕੁਝ ਨਹੀਂ ਸੀ ਕਹਿੰਦੀ। ਜਦੋਂ ਉਹ ਚੰਗੀ ਭਲੀ ਸੀ ਉਦੋਂ ਵੀ ਜ਼ਾਲਮ ਨੂੰਹ ਦਾ ਸਾਹਮਣਾ ਕਰਨ ਦੀ ਉਸ ਵਿੱਚ ਹਿੰਮਤ ਨਹੀਂ ਸੀ। ਹੁਣ ਤਾਂ ਫਿਰ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਹੁਣ ਉਹ ਕੀ ਕਹਿ ਸਕਦੀ ਸੀ? ਉਸ ਦਿਨ ਨੂੰਹ ਨੇ ਉਸ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਖੁਦ ਬੜਬੜ ਕਰਦੀ ਆਪਣੇ ਕਮਰੇ ਵਿੱਚ ਸੌਣ ਚਲੀ ਗਈ। ਸ਼ਾਮ ਨੂੰ ਜਦੋਂ ਮਹਿੰਦਰ ਕੌਰ ਦਾ ਪੁੱਤਰ ਰਜਿੰਦਰ ਘਰ ਆਇਆ ਤਾਂ ਉਸ ਦੀ ਨੂੰਹ ਉਸ 'ਤੇ ਵਰਸ ਗਈ। ਹਾਂ ਦੱਸੋ, ਤੁਸੀਂ ਕੀ ਸਮਝ ਰੱਖਿਆ ਹੈ? ਮੈਂ ਕੋਈ ਰੋਬੋਟ ਹਾਂ? ਕੋਈ ਮਸ਼ੀਨ ਆ? ਘਰ ਦਾ ਸਾਰਾ ਕੰਮ ਵੀ ਕਰਾਂ, ਦੋਨਾਂ ਬੱਚਿਆਂ ਨੂੰ ਸਕੂਲ ਭੇਜਾਂ, ਹੋਮਵਰਕ ਕਰਾਵਾਂ ਤੇ ਤੁਹਾਡੀ ਪਾਗਲ ਮਾਂ ਨੂੰ ਵੀ ਸੰਭਾਲਾਂ। ਉਹ ਇੱਕੇ ਸਾਹ ਗੁੱਸੇ ਵਿੱਚ ਬੋਲਦੀ ਜਾ ਰਹੀ ਸੀ। ਜਦੋਂ ਇਹ ਬੁੱਢੀ ਚੰਗੀ ਭਲੀ ਸੀ ਤਾਂ ਮੈਨੂੰ ਬੈੱਡ ਤੋਂ ਉੱਠਣ ਦੀ ਲੋੜ ਨਹੀਂ ਸੀ ਪੈਂਦੀ, ਪਰ ਜਦੋਂ ਦੀ ਇਹ ਪਾਗਲ ਹੋਈ ਆ, ਸਾਰੇ ਘਰ ਦੀ ਜ਼ਿੰਮੇਵਾਰੀ ਮੇਰੇ ਸਿਰ 'ਤੇ ਆ ਗਈ ਆ। ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਕਿ ਹੁਣ ਇਹ ਪਾਗਲ ਬੁੱਢੀ ਸਾਡੇ ਕਿਸੇ ਕੰਮ ਦੀ ਨਹੀਂ ਰਹੀ। ਇਸ ਦੇ ਘਰ ਰਹਿਣ ਨਾਲ ਮੇਰਾ ਕੰਮ ਵਿਗੜਦਾ ਹੀ ਆ। ਤੁਸੀਂ ਤਾਂ ਸਵੇਰੇ ਦਫ਼ਤਰ ਚਲੇ ਜਾਂਦੇ ਹੋ ਤੇ ਸ਼ਾਮ ਨੂੰ ਆਉਂਦੇ ਹੋ, ਪਰ ਮੈਨੂੰ ਸਾਰਾ ਦਿਨ ਇਸ ਦੀ ਚੌਕੀਦਾਰੀ ਕਰਨੀ ਪੈਂਦੀ ਆ। ਤੁਸੀਂ ਇਸ ਨੂੰ ਕਿਸੇ ਪਾਗਲਖਾਨੇ ਭਰਤੀ ਕਿਉਂ ਨਹੀਂ ਕਰਵਾ ਦਿੰਦੇ? ਮੈਨੂੰ ਵੀ ਸੁੱਖ ਦਾ ਸਾਹ ਆ ਜਾਵੇਗਾ। ਹੁਣ ਤਾਂ ਕਦੇ ਮੈਨੂੰ ਡਰ ਲੱਗਦਾ ਕਿ ਕਿਤੇ ਇਹ ਮੈਨੂੰ ਜਾਂ ਮੇਰੇ ਬੱਚਿਆਂ ਨੂੰ ਕੋਈ ਨੁਕਸਾਨ ਨਾ ਕਰ ਦੇਵੇ। ਇਸ ਤੋਂ ਪਹਿਲਾਂ ਰਜਿੰਦਰ ਕੁਝ ਬੋਲਦਾ, ਗਵਾਂਢੀਆਂ ਦਾ ਇੱਕ ਬੱਚਾ ਭੱਜਦਾ ਹੋਇਆ ਆਇਆ। ਰਜਿੰਦਰ ਚਾਚਾ ਜੀ, ਬਾਹਰ ਦੇਖੋ, ਬਾਹਰ ਦਾਦੀ ਕੀ ਕਰ ਰਹੀ ਆ? ਬੱਚੇ ਦੀ ਗੱਲ ਸੁਣ ਕੇ ਰਜਿੰਦਰ ਤੇ ਉਸ ਦੀ ਘਰਵਾਲੀ ਬਾਹਰ ਭੱਜੇ ਤਾਂ ਦੇਖਿਆ ਕਿ ਘਰ ਦੇ ਬਾਹਰ ਜੋ ਕੱਪੜੇ ਪ੍ਰੈਸ ਕਰਨ ਵਾਲਾ ਆਇਆ ਸੀ, ਮਹਿੰਦਰ ਕੌਰ ਨੇ ਉਸ ਵਿਚਾਰੇ ਦੇ ਸਾਰੇ ਪ੍ਰੈਸ ਕੀਤੇ ਹੋਏ ਕੱਪੜੇ ਸੜਕ 'ਤੇ ਖਿਲਾਰ ਦਿੱਤੇ ਤੇ ਹੱਸ ਕੇ ਤਾੜੀਆਂ ਵਜਾ ਰਹੀ ਸੀ ਤੇ ਉਹ ਭਾਈ ਵਿਚਾਰਾ ਆਪਣੇ ਕੱਪੜੇ ਇਕੱਠੇ ਕਰਨ ਵਿੱਚ ਲੱਗਾ ਹੋਇਆ ਸੀ। ਰਜਿੰਦਰ ਤੇ ਉਸ ਦੀ ਘਰਵਾਲੀ
ਆਪਣੀ ਮਾਂ ਨੂੰ ਖਿੱਚ ਕੇ ਅੰਦਰ ਲੈ ਗਏ। ਰਜਿੰਦਰ ਆਪਣੀ ਮਾਂ 'ਤੇ ਹੱਥ ਚੱਕਦਾ ਰਹਿ ਗਿਆ। ਫਿਰ ਗੁੱਸੇ ਨਾਲ ਆਪਣੀ ਘਰਵਾਲੀ ਨੂੰ ਕਹਿੰਦਾ ਕਿ ਤੂੰ ਇਸ ਨੂੰ ਇੱਕ ਕਮਰੇ ਵਿੱਚ ਬੰਦ ਕੀਤਾ ਸੀ, ਫਿਰ ਇਹ ਬਾਹਰ ਕਿਵੇਂ ਨਿਕਲੀ? ਉਹ ਕਹਿੰਦੀ, ਹਾਂਜੀ ਮੈਂ ਬੰਦ ਤਾਂ ਕਰ ਦਿੱਤਾ ਸੀ, ਪਰ ਪਤਾ ਨਹੀਂ ਬਾਹਰ ਕਿਵੇਂ ਆ ਗਈ। ਇਸ ਦਾ ਪਾਗਲਪਨ ਦਿਨ ਬ ਦਿਨ ਵੱਧਦਾ ਜਾ ਰਿਹਾ। ਇਸ ਦਾ ਸੱਚਮੁੱਚ ਭਰੋਸਾ ਨਹੀਂ ਕਿ ਕਦੋਂ ਕੀ ਕਰ ਦੇਵੇ। ਤੂੰ ਸਹੀ ਕਹਿੰਦੀ ਆ, ਹੁਣ ਇਸ ਨੂੰ ਪਾਗਲਖਾਨੇ ਛੱਡਣਾ ਹੀ ਪੈਣਾ, ਨਹੀਂ ਤਾਂ ਇਹ ਸਾਨੂੰ ਵੀ ਪਾਗਲ ਕਰ ਦੇਵੇਗੀ। ਮਹਿੰਦਰ ਕੌਰ ਇੱਕ ਕੋਨੇ ਵਿੱਚ ਸਹਿਮੀ ਜਿਹੀ ਖੜੀ ਸੀ। ਰਜਿੰਦਰ ਬੋਲਿਆ, ਤੂੰ ਫਿਕਰ ਨਾ ਕਰ, ਮੇਰੀ ਛੁੱਟੀ ਆਉਣ ਦੇ। ਜਿਸ ਦਿਨ ਛੁੱਟੀ ਹੋਈ, ਮੈਂਟਲ ਹਸਪਤਾਲ ਜਾ ਕੇ ਡਾਕਟਰ ਨਾਲ ਗੱਲ ਕਰਦਾ ਹਾਂ ਤੇ ਇਸ ਨੂੰ ਭਰਤੀ ਕਰਾ ਦੇਵਾਂਗੇ। ਮਹਿੰਦਰ ਕੌਰ ਇੱਕ ਬਹੁਤ ਵੱਡੇ ਖਾਨਦਾਨ ਦੀ ਕੁੜੀ ਸੀ। ਘਰ ਵਿੱਚ ਉਸਦੇ ਇੱਕ ਰਾਜਕੁਮਾਰੀ ਵਰਗੇ ਠਾਠ ਬਾਠ ਸਨ। ਆਪਣੀ ਧੀ ਦੀ ਬੁੱਧੀ ਤੇ ਸ਼ੌਂਕ ਦੇਖਦੇ ਹੋਏ ਉਸਦੇ ਮਾਤਾ-ਪਿਤਾ ਨੇ ਉਸਨੂੰ ਸਾਰੇ ਹੁਨਰ ਸਿਖਾਉਣ ਵਿੱਚ ਕੋਈ ਕਮੀ ਨਹੀਂ ਸੀ ਛੱਡੀ। ਵਿਆਹ ਦੀ ਉਮਰ ਤੱਕ ਮਹਿੰਦਰ ਕੌਰ ਹਰ ਕੰਮ ਵਿੱਚ ਮਾਹਰ ਹੋ ਚੁੱਕੀ ਸੀ, ਚਾਹੇ ਸਿਲਾਈ ਕਢਾਈ ਹੋਵੇ, ਬੁਣਾਈ ਹੋਵੇ, ਖਾਣਾ ਬਣਾਉਣਾ, ਹਰ ਕੰਮ ਬੜੀ ਸਫਾਈ ਨਾਲ ਕਰਦੀ ਸੀ। ਪਰ ਕੱਚੀ ਉਮਰ ਵਿੱਚ ਉਸ ਦਾ ਵਿਆਹ ਨਾਇਬ ਸਿੰਘ ਨਾਲ ਕਰ ਦਿੱਤਾ ਗਿਆ। ਉਹ ਕੱਪੜੇ ਦੀ ਛੋਟੀ ਜਿਹੀ ਦੁਕਾਨ ਚਲਾਉਂਦਾ ਸੀ। ਨਾਇਬ ਸਿੰਘ ਅਮੀਰ ਤਾਂ ਨਹੀਂ ਸੀ, ਪਰ ਬਹੁਤ ਹੀ ਸੱਜਣ ਵਿਅਕਤੀ ਸੀ। ਉਸ ਦੀ ਸੱਜਣਤਾ ਤੋਂ ਪ੍ਰਭਾਵਿਤ ਹੋ ਕੇ ਮਹਿੰਦਰ ਕੌਰ ਦੇ ਮਾਤਾ-ਪਿਤਾ ਨੇ ਉਸ ਨੂੰ ਆਪਣੀ ਧੀ ਲਈ ਪਸੰਦ ਕਰ ਲਿਆ ਸੀ। ਨਾਇਬ ਸਿੰਘ ਦੀ ਕਮਾਈ ਨਾਲ ਘਰ ਦਾ ਖਰਚਾ ਮੁਸ਼ਕਲ ਨਾਲ ਹੀ ਪੂਰਾ ਹੁੰਦਾ ਸੀ, ਪਰ ਮਹਿੰਦਰ ਕੌਰ ਨੇ ਆਪਣੀ ਸੂਝ-ਬੂਝ ਤੇ ਹੁਨਰ ਨਾਲ ਆਪਣੇ ਪਤੀ ਦੇ ਮੋਢੇ ਨਾਲ ਮੋਢਾ ਜੋੜ ਕੇ ਘਰ ਦੀ ਸਾਰੀ ਜ਼ਿੰਮੇਵਾਰੀ ਸੰਭਾਲੀ। ਆਪਣੇ ਦੋਨੋਂ ਬੱਚੇ, ਵੱਡੀ ਬੇਟੀ ਖੁਸ਼ਮੀਤ ਤੇ ਛੋਟੇ ਬੇਟੇ ਰਜਿੰਦਰ ਨੂੰ ਉੱਚ ਸਿੱਖਿਆ ਦਿਵਾਉਣ ਲਈ ਉਸਨੇ ਕੀ ਯਤਨ ਨਹੀਂ ਕੀਤੇ। ਉਸਨੇ ਆਪਣੀ ਸੂਝ-ਬੂਝ ਤੇ ਹੁਨਰ ਨਾਲ ਕਦੇ ਸਵਾਦਿਸ਼ਟ ਅਚਾਰ ਪਾਪੜ ਵੇਚੇ, ਕਦੇ ਚਾਦਰਾਂ ਤੇ ਵੱਖ-ਵੱਖ ਪ੍ਰਕਾਰ ਦੇ ਫੁੱਲ ਪੱਤੀਆਂ ਵਾਲੀ ਕਢਾਈ ਕਰਕੇ ਚਾਦਰਾਂ ਵੇਚੀਆਂ। ਔਰਤਾਂ ਇੱਕ ਤੋਂ ਇੱਕ ਵੱਧ ਕੇ ਡਿਜ਼ਾਈਨ ਵਾਲੇ ਸੂਟ ਉਸ ਤੋਂ ਬਣਵਾਉਣ ਆਉਂਦੀਆਂ। ਸਰਦੀਆਂ ਵਿੱਚ ਉਸਨੇ ਸ਼ਾਨਦਾਰ ਸਵੈਟਰ ਬਣ ਕੇ ਵੇਚੇ। ਮਹਿੰਦਰ ਕੌਰ ਦੇ ਹੁਨਰ ਦੇ ਚਰਚੇ ਦੂਰ-ਦੂਰ ਤੱਕ ਫੈਲ ਗਏ ਸੀ। ਮਹਿੰਦਰ ਕੌਰ ਇੱਕ ਚੰਗੀ ਪਤਨੀ ਤੇ ਮਾਂ ਹੋਣ ਦੇ ਨਾਲ-ਨਾਲ ਇੱਕ ਚੰਗੀ ਨੂੰਹ ਵੀ ਸੀ। ਆਪਣੇ ਸੱਸ ਸਹੁਰੇ ਦੀ ਉਸਨੇ ਖੂਬ ਸੇਵਾ ਕੀਤੀ। ਦੋਨੋਂ ਪਤੀ ਪਤਨੀ ਹੁਨਰ ਤੇ ਪਿਆਰ ਨਾਲ ਆਪਣੇ ਘਰ ਨੂੰ ਸੰਵਾਰ ਰਹੇ ਸੀ ਕਿ ਅਚਾਨਕ ਬਲੱਡ ਕੈਂਸਰ ਨੇ ਨਾਇਬ ਸਿੰਘ ਨੂੰ ਅਜਿਹਾ ਘੇਰਿਆ ਕਿ ਉਹ ਕਦੇ ਬਿਸਤਰ ਤੋਂ ਨਾ ਉੱਠ ਸਕਿਆ। ਕਾਫੀ ਇਲਾਜ ਕਰਾਉਣ ਦੇ ਬਾਅਦ ਵੀ ਉਹ ਆਪਣੀ ਪਿਆਰੀ ਪਤਨੀ ਤੇ ਬੱਚਿਆਂ ਨੂੰ ਇਕੱਲਾ ਛੱਡ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਪਤੀ ਦੀ ਮੌਤ ਤੋਂ ਬਾਅਦ ਮਹਿੰਦਰ ਕੌਰ ਨੂੰ ਐਸਾ ਸਦਮਾ ਲੱਗਾ ਕਿ ਉਹ ਬਿਮਾਰ ਰਹਿਣ ਲੱਗੀ। ਰਜਿੰਦਰ ਉਸ ਨੂੰ ਡਾਕਟਰ ਕੋਲ ਲੈ ਕੇ ਗਿਆ। ਸਾਰੇ ਚੈੱਕਅਪ ਕਰਵਾਏ, ਪਰੰਤੂ ਸਾਰੇ ਟੈਸਟ ਨਾਰਮਲ ਸੀ। ਡਾਕਟਰ ਨੇ ਕਿਹਾ ਕਿ ਮਾਂ ਜੀ ਨੂੰ ਕੋਈ ਬਿਮਾਰੀ ਨਹੀਂ, ਅਜਿਹਾ ਸਦਮਾ ਲੱਗਾ ਹੈ ਜੋ ਅੰਦਰ ਹੀ ਅੰਦਰ ਉਹਨਾਂ ਨੂੰ ਘੁਣ ਵਾਂਗ ਖਾ ਰਿਹਾ ਹੈ। ਹੁਣ ਮਾਤਾ ਜੀ ਦੇ ਖਾਣ ਪੀਣ ਦਾ ਧਿਆਨ ਰੱਖੋ ਤੇ ਇਹਨਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ, ਇਹ ਜ਼ਿੰਦਗੀ ਵੱਲ ਵਾਪਸ ਆ ਜਾਣਗੇ। ਪਤੀ ਦੇ ਗੁਜ਼ਰ ਜਾਣ ਤੋਂ ਬਾਅਦ ਮਹਿੰਦਰ ਕੌਰ ਨੇ ਹੋਰ ਵੀ ਜ਼ਿਆਦਾ ਮਿਹਨਤ ਕਰਨੀ ਸ਼ੁਰੂ ਕੀਤੀ। ਬੇਟੀ ਖੁਸ਼ਮੀਤ ਦਾ ਵਿਆਹ ਤਾਂ ਨਾਇਬ ਸਿੰਘ ਨੇ ਆਪਣੇ ਹੁੰਦਿਆਂ ਹੀ ਕਰ ਦਿੱਤਾ ਸੀ, ਪਰੰਤੂ ਰਜਿੰਦਰ ਅਜੇ ਪੜ੍ਹ ਰਿਹਾ ਸੀ। ਉਸ ਦੀ ਬੇਟੀ ਖੁਸ਼ਮੀਤ 5 ਸਾਲ ਬਾਅਦ ਅਮਰੀਕਾ ਵਿੱਚ ਸੈੱਟ ਹੋ ਗਈ। ਉੱਥੇ ਉਹ ਦੋਨੋਂ ਜਣੇ ਕੰਮ ਕਰਦੇ ਹੋਣ ਕਰਕੇ ਖੁਸ਼ਮੀਤ ਮਾਂ ਨਾਲ ਗੱਲ ਕਰਨ ਦਾ ਸਮਾਂ ਘੱਟ ਹੀ ਕੱਢ ਪਾਉਂਦੀ। ਫਿਰ ਮਹਿੰਦਰ ਕੌਰ ਨੂੰ ਸੁਣਦਾ ਵੀ ਤਾਂ ਉੱਚਾ ਸੀ, ਇਸ ਲਈ ਖੁਸ਼ਮੀਤ ਆਪਣੇ ਭਰਾ ਨਾਲ ਫੋਨ ਤੇ ਮਾਂ ਦੀ ਸਿਹਤ ਦਾ ਹਾਲ ਚਾਲ ਪੁੱਛ ਲਿਆ ਕਰਦੀ ਸੀ। ਰਜਿੰਦਰ ਦੀ ਜ਼ਿੰਮੇਵਾਰੀ ਅਜੇ ਵੀ ਮਹਿੰਦਰ ਕੌਰ ਦੇ ਉੱਪਰ ਹੀ ਸੀ, ਇਸ ਲਈ ਉਸਨੇ ਖੁਦ ਨੂੰ ਸੰਭਾਲਿਆ ਤੇ ਵਾਪਸ ਜ਼ਿੰਦਗੀ ਵੱਲ ਪਰਤ ਆਈ। ਰਜਿੰਦਰ ਪੜ੍ਹ ਲਿਖ ਕੇ ਨੌਕਰੀ ਕਰਨ ਲੱਗਾ ਸੀ, ਇਸ ਲਈ ਉਸਨੇ ਸੋਚਿਆ ਕਿਉਂ ਨਾ ਰਜਿੰਦਰ ਦਾ ਵਿਆਹ ਕਰਕੇ ਨੂੰਹ ਲਿਆਂਦੀ ਜਾਵੇ, ਰੌਣਕ ਵੀ ਹੋ ਜਾਵੇਗੀ ਤੇ ਨਾਲੇ ਘਰ ਦੇ ਕੰਮਾਂ ਦਾ ਵੀ ਸੌਖਾ ਹੋ ਜਾਵੇਗਾ। ਪਰ ਮਹਿੰਦਰ ਕੌਰ ਨੂੰ ਕੀ ਪਤਾ ਸੀ ਕਿ ਨੂੰਹ ਦੇ ਰੂਪ ਵਿੱਚ ਉਹ ਇੱਕ ਨਾਗਣ ਲੈ ਕੇ ਆ ਰਹੀ ਹੈ ਜੋ ਇਸ ਨੂੰ ਡੰਗ ਕੇ ਡਕਾਰ ਵੀ ਨਹੀਂ ਲਵੇਗੀ। ਅਜੇ ਤਾਂ ਪਤੀ ਦੀ ਮੌਤ ਦੇ ਜ਼ਖਮ ਵੀ ਨਹੀਂ ਭਰੇ ਸੀ, ਅਜੇ ਤਾਂ ਪਤੀ ਦਾ ਸਦਮਾ ਉਸ ਦੇ ਦਿਲ ਤੇ ਦਿਮਾਗ 'ਚੋਂ ਨਿਕਲਿਆ ਨਹੀਂ ਸੀ ਤੇ ਉੱਤੋਂ ਤੇਜ਼ ਤਰਾਰ ਨੂੰਹ ਦੇ ਮਾੜੇ ਵਿਹਾਰ ਨੇ ਉਸ ਨੂੰ ਫਿਰ ਉੱਥੇ ਹੀ ਲਿਆ ਕੇ ਖੜਾ ਕਰ ਦਿੱਤਾ। ਘਰ ਦੀ ਜ਼ਿੰਮੇਵਾਰੀ ਮਹਿੰਦਰ ਕੌਰ ਨੇ ਪਤਾ ਨਹੀਂ ਕਦੋਂ ਤੋਂ ਸੰਭਾਲੀ ਹੋਈ ਸੀ, ਪਰ ਨੂੰਹ
ਗੱਲ-ਗੱਲ ਤੇ ਉਸ ਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਕਰਦੀ ਤਾਂ ਉਹ ਬਰਦਾਸ਼ਤ ਤੋਂ ਬਾਹਰ ਸੀ। ਇੱਕ ਦਿਨ ਮਹਿੰਦਰ ਕੌਰ ਆਪਣੇ ਕਮਰੇ ਵਿੱਚ ਬੈਠੀ ਹੋਈ ਸੀ ਤੇ ਨੂੰਹ ਚੀਕਦੀ ਹੋਈ ਬੋਲੀ, "ਬੁੜੀਏ, ਕਿੱਥੇ ਮਰ ਗਈ ਤੂੰ? ਜਾ ਮੇਰੇ ਲਈ ਇੱਕ ਗਲਾਸ ਪਾਣੀ ਲੈ ਕੇ ਆ।" ਮਹਿੰਦਰ ਕੌਰ ਨੇ ਕਿਹਾ, "ਲਿਆਉਂਦੀ ਹਾਂ।" ਮਹਿੰਦਰ ਕੌਰ ਜਲਦੀ ਪਾਣੀ ਲੈ ਕੇ ਗਈ ਤਾਂ ਨੂੰਹ ਨੇ ਪਾਣੀ ਪੀਣ ਦੀ ਬਜਾਏ ਪਾਣੀ ਡੋਲ ਦਿੱਤਾ ਤੇ ਕਹਿੰਦੀ, "ਮੈਂ ਇਸ ਗਲਾਸ 'ਚ ਪਾਣੀ ਨਹੀਂ ਪੀਣਾ, ਜਾ ਨਵੇਂ ਗਲਾਸ ਵਿੱਚ ਪਾਣੀ ਲੈ ਕੇ ਆ।" ਮਹਿੰਦਰ ਕੌਰ ਦੁਬਾਰਾ ਨਵੇਂ ਗਲਾਸ ਵਿੱਚ ਪਾਣੀ ਲੈ ਕੇ ਆਈ ਤਾਂ ਉਹਨੇ ਫਿਰ ਪਾਣੀ ਡੋਲ ਦਿੱਤਾ ਤੇ ਕਹਿੰਦੀ, "ਬੁੜੀਏ, ਤੱਤਾ ਪਾਣੀ ਨਹੀਂ ਚਾਹੀਦਾ, ਠੰਡਾ ਪਾਣੀ ਚਾਹੀਦਾ, ਜਾ ਦੁਬਾਰਾ ਲੈ ਕੇ ਆ।" ਮਹਿੰਦਰ ਕੌਰ ਨੂੰਹ ਦੇ ਕਹੇ ਮੁਤਾਬਕ ਫਿਰ ਪਾਣੀ ਲੈਣ ਚਲੀ ਗਈ ਤੇ ਇਸ ਵਾਰ ਨੂੰਹ ਨੇ ਪਾਣੀ ਦਾ ਗਲਾਸ ਮਹਿੰਦਰ ਕੌਰ ਦੇ ਮੂੰਹ ਤੇ ਡੋਲ ਦਿੱਤਾ ਤੇ ਗੁੱਸੇ ਵਿੱਚ ਚੀਕਦੀ ਹੋਈ ਬੋਲੀ, "ਉਹ ਬੁੜੀਏ, ਪੂਰਾ ਨਹੀਂ ਸੀ ਭਰਨਾ, ਅੱਧਾ ਗਲਾਸ ਮੰਗਿਆ ਸੀ ਤੇਥੋਂ।" ਫਿਰ ਮਹਿੰਦਰ ਕੌਰ ਨੇ ਅੱਧਾ ਗਲਾਸ ਪਾਣੀ ਲਿਆ ਕੇ ਦਿੱਤਾ ਤਾਂ ਜਾ ਕੇ ਨੂੰਹ ਨੇ ਪਾਣੀ ਪੀਤਾ। ਨੂੰਹ ਇਸ ਤਰ੍ਹਾਂ ਦਾ ਵਿਹਾਰ ਮਹਿੰਦਰ ਕੌਰ ਦੇ ਨਾਲ ਰੋਜ਼ ਹੀ ਕਰਿਆ ਕਰਦੀ ਸੀ। ਇੱਕ ਵਾਰ ਮਹਿੰਦਰ ਕੌਰ ਸੌਂ ਕੇ ਉੱਠੀ ਤਾਂ ਉਸਨੂੰ ਕੁਝ ਅਜੀਬ ਜਿਹਾ ਲੱਗਿਆ। ਉਸਨੇ ਆਪਣਾ ਸੁੰਦਰ ਚਿਹਰਾ ਸ਼ੀਸ਼ੇ ਵਿੱਚ ਵੇਖਿਆ ਤਾਂ ਉਸਦੀ ਚੀਕ ਨਿਕਲ ਗਈ, ਕਿਉਂਕਿ ਉਸਦੀ ਨੂੰਹ ਨੇ ਉਸਦੇ ਲੰਮੇ ਵਾਲ ਕੱਟ ਦਿੱਤੇ ਸਨ। ਮਹਿੰਦਰ ਕੌਰ ਦਾ ਰੋ ਕੇ ਬੁਰਾ ਹਾਲ ਸੀ। ਹੇ ਪ੍ਰਮਾਤਮਾ, ਮੇਰੇ ਲੰਮੇ ਵਾਲ ਕੱਟ ਦਿੱਤੇ। ਇਸੇ ਤਰ੍ਹਾਂ ਨੂੰਹ ਨੇ ਕਈ ਵਾਰ ਆਪਣੀ ਸੱਸ ਦੇ ਨਵੇਂ ਕੱਪੜੇ ਵੀ ਕੈਂਚੀ ਨਾਲ ਕੁਤਰ ਦਿੱਤੇ ਸੀ। ਨੂੰਹ ਜਾਣ-ਬੁੱਝ ਕੇ ਮਹਿੰਦਰ ਕੌਰ ਦੀ ਚਾਹ ਵਿੱਚ ਖੰਡ ਦੀ ਜਗ੍ਹਾ ਲੂਣ ਪਾ ਦਿੰਦੀ ਤੇ ਕਦੇ ਉਸ ਨੂੰ ਬਾਥਰੂਮ ਵਿੱਚ ਲੌਕ ਕਰ ਦਿੰਦੀ। ਜਦੋਂ ਮਹਿੰਦਰ ਕੌਰ ਬਾਥਰੂਮ ਵਿੱਚ ਚੀਕ ਕੇ ਥੱਕ ਜਾਂਦੀ ਤਾਂ ਕਾਫੀ ਦੇਰ ਬਾਅਦ ਬਾਥਰੂਮ ਦਾ ਗੇਟ ਖੋਲ੍ਹਦੀ। ਉਹ ਵਿਚਾਰੀ ਹਾਲੋਂ ਬੇਹਾਲ ਹੋ ਕੇ ਬਾਹਰ ਨਿਕਲਦੀ। ਰਜਿੰਦਰ ਦਾ ਘਰਵਾਲੀ ਦੇ ਹੱਥ ਦੀ ਕਠਪੁਤਲੀ ਬਣ ਗਿਆ ਸੀ। ਉਹ ਸਾਰੀ ਪੀੜ ਤੇ ਬੁਰੇ ਦਿਨ ਭੁੱਲ ਚੁੱਕਿਆ ਸੀ ਜੋ ਉਸ ਦੀ ਮਾਂ ਨੇ ਸਿਰਫ ਤੇ ਸਿਰਫ ਉਸ ਲਈ ਦੇਖੇ ਸਨ। ਇੱਧਰ ਨੂੰਹ ਦੀਆਂ ਹਰਕਤਾਂ ਕਰਕੇ ਮਹਿੰਦਰ ਕੌਰ ਦੀ ਸਿਹਤ ਹੋਰ ਵੀ ਦਿਨ-ਬ-ਦਿਨ ਵਿਗੜਦੀ ਜਾ ਰਹੀ ਸੀ। ਡਾਕਟਰ ਨੇ ਤਾਂ ਨਾਇਬ ਸਿੰਘ ਦੀ ਮੌਤ ਵੇਲੇ ਹੀ ਕਹਿ ਦਿੱਤਾ ਸੀ ਕਿ ਮਹਿੰਦਰ ਕੌਰ ਨੂੰ ਹਰ ਤਰ੍ਹਾਂ ਦੀ ਟੈਨਸ਼ਨ ਤੋਂ ਦੂਰ ਰੱਖਿਆ ਜਾਵੇ, ਪਰ ਟੈਨਸ਼ਨ ਤਾਂ ਬਹੁਤ ਛੋਟੀ ਚੀਜ਼ ਸੀ। ਇੱਥੇ ਨੂੰਹ ਦੇ ਰੂਪ ਵਿੱਚ ਟੈਨਸ਼ਨ ਦਾ ਬਹੁਤ ਵੱਡਾ ਪਹਾੜ ਉਸ ਦੇ ਉੱਪਰ ਟੁੱਟ ਪਿਆ ਸੀ। ਉਧਰ ਖੁਸ਼ਮੀਤ ਆਪਣੀ ਮਾਂ ਨੂੰ ਮਿਲਣ ਲਈ ਬਹੁਤ ਜ਼ਿਆਦਾ ਉਤਸ਼ਾਹਿਤ ਸੀ। ਪੂਰੇ 3 ਸਾਲ ਬਾਅਦ ਆਪਣੀ ਮਾਂ ਨੂੰ ਮਿਲਣ ਆ ਰਹੀ ਸੀ। ਉਸਨੇ ਇੰਡੀਆ ਆਉਣ ਲਈ ਕਾਫੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਆਪਣੀ ਮਾਂ ਦੇ ਲਈ ਬਹੁਤ ਸਾਰੇ ਗਿਫਟ ਖਰੀਦਣ ਵਿੱਚ ਲੱਗੀ ਰਹਿੰਦੀ। ਉਹ ਖੁਸ਼ੀ ਵਿੱਚ ਕਦੇ ਕੁਝ ਭੁੱਲ ਜਾਂਦੀ ਤੇ ਕਦੇ ਕੁਝ। ਪਤੀ ਨੇ ਵੀ ਉਸ ਨੂੰ ਕਿਹਾ ਕਿ ਹਾਂ ਖੁਸ਼ਮੀਤ, ਹੁਣ ਤੇਰਾ ਦਿਮਾਗ ਪਹਿਲਾਂ ਵਾਲਾ ਨਹੀਂ ਰਿਹਾ। ਪਹਿਲਾਂ ਤੈਨੂੰ ਸਭ ਕੁਝ ਇੱਕ ਵਾਰ ਵਿੱਚ ਹੀ ਯਾਦ ਰਹਿ ਜਾਂਦਾ ਸੀ। ਆ ਵੇਖ, ਤੂੰ ਆ ਨਹੀਂ ਰੱਖਿਆ। ਉਸਦੇ ਪਤੀ ਨੇ ਡਰਾਈ ਫਰੂਟ ਦੇ ਪੈਕੇਟ ਉਸ ਨੂੰ ਫੜਾਉਂਦੇ ਹੋਏ ਕਿਹਾ। ਉਸਦੇ ਬੇਟੇ ਨੇ ਨਾਨੀ ਦੀ ਅੰਗੂਠੀ ਦਿੰਦੇ ਹੋਏ ਕਿਹਾ ਕਿ ਮੰਮੀ, ਤੁਸੀਂ ਇਹ ਵੀ ਭੁੱਲ ਗਏ ਸੀ। ਫਿਰ ਉਸਨੇ ਆਪਣੇ ਪਤੀ ਨੂੰ ਕਿਹਾ ਕਿ ਮੇਰੇ ਵੱਲੋਂ ਸਾਰੀ ਪੈਕਿੰਗ ਤਾਂ ਹੋ ਗਈ ਹੈ, ਪਰ ਫਿਰ ਵੀ ਤੁਸੀਂ ਇੱਕ ਵਾਰ ਨਜ਼ਰ ਮਾਰ ਲਿਓ। ਇਸ ਤਰ੍ਹਾਂ ਉਹਨਾਂ ਦੀ ਇੰਡੀਆ ਆਉਣ ਦੀ ਤਿਆਰੀ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਹੀ ਸੀ। ਆਖਿਰ ਉਹ ਇੰਡੀਆ ਏਅਰਪੋਰਟ ਪਹੁੰਚ ਹੀ ਗਏ। ਆਪਣੀ ਧਰਤੀ ਤੇ ਪੈਰ ਰੱਖਦੇ ਹੀ ਦਿਲ ਬਾਗੋ ਬਾਗ ਹੋ ਗਿਆ। ਉਹ ਪੂਰੇ 3 ਸਾਲ ਬਾਅਦ ਆਪਣਾ ਵਤਨ ਦੇਖ ਰਹੀ ਸੀ। ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਏਅਰਪੋਰਟ ਤੋਂ ਘਰ ਆਉਣ ਤੱਕ ਖੁਸ਼ਮੀਤ ਨੂੰ ਸਫ਼ਰ ਵਿੱਚ ਇੱਕ ਔਰਤ ਮਿਲ ਗਈ ਸੀ। ਖੁਸ਼ਮੀਤ ਨੇ ਉਸ ਨੂੰ ਆਪਣੇ ਬਾਰੇ ਸਭ ਕੁਝ ਦੱਸਿਆ ਕਿ ਉਹ 3 ਸਾਲ ਬਾਅਦ ਘਰ ਆ ਰਹੀ ਹੈ ਤੇ ਆਪਣੀ ਮਾਂ ਦੀਆਂ ਸਾਰੀਆਂ ਗੱਲਾਂ, ਪੁਰਾਣੇ ਕੰਮਕਾਰ ਤੇ ਹੁਨਰ ਸਭ ਉਸ ਨੂੰ ਦੱਸੇ ਕਿ ਆਂਟੀ ਜੀ, ਮੇਰੀ ਮੰਮੀ ਆਲਰਾਊਂਡਰ ਹੈ। ਮੈਨੂੰ ਆਪਣੀ ਮੰਮੀ ਤੇ ਬਹੁਤ ਮਾਣ ਹੈ। ਕੋਈ ਵੀ ਅਜਿਹਾ ਕੰਮ ਨਹੀਂ ਆ ਜੋ ਉਹਨਾਂ ਨੂੰ ਨਾ ਆਉਂਦਾ ਹੋਵੇ। ਹਰ ਕੰਮ ਵਿੱਚ ਪਰਫੈਕਟ ਹਨ ਮੇਰੀ ਮੰਮੀ। ਖੁਸ਼ਮੀਤ ਨੇ ਬੜੇ ਮਾਣ ਨਾਲ ਕਿਹਾ, ਹਾਂ ਪੁੱਤ, ਹੋਵੇਗੀ ਤੇਰੀ ਮੰਮੀ ਸਚਿਆਰੀ। ਪਹਿਲਾਂ ਔਰਤਾਂ ਬਹੁਤ ਮਾਹਰ ਹੁੰਦੀਆਂ ਸੀ ਹਰ ਕੰਮ ਵਿੱਚ, ਪਰ ਤੇਰੀ ਮਾਂ ਬਹੁਤ ਸੰਸਕਾਰੀ ਆ, ਤੇਰੀਆਂ ਗੱਲਾਂ ਤੋਂ ਪਤਾ ਲੱਗਦਾ। ਖੁਸ਼ਮੀਤ ਆਪਣੀ ਮਾਂ ਦੀ ਤਾਰੀਫ ਸੁਣ ਕੇ ਚਹਿਕ ਗਈ। ਗੱਲਾਂ ਵਿੱਚ ਸਫ਼ਰ ਕਦੋਂ ਪੂਰਾ ਹੋ ਗਿਆ ਪਤਾ ਹੀ ਨਹੀਂ ਲੱਗਿਆ। ਹੁਣ ਆਂਟੀ ਜੀ ਨੂੰ ਅਲਵਿਦਾ ਕਹਿਣ ਦਾ ਵਕਤ ਆ ਗਿਆ ਸੀ। ਆਂਟੀ ਜੀ, ਤੁਸੀਂ ਕਦੇ ਘਰ ਆਇਓ ਤੇ ਮੇਰੀ ਮੰਮੀ ਨੂੰ ਜ਼ਰੂਰ ਮਿਲਿਓ। ਜ਼ਰੂਰ ਆਵਾਂਗੇ ਧੀਏ। ਫਿਰ ਉਹ ਦੋਨੋਂ ਆਪਣੇ ਰਸਤੇ ਚੱਲ ਪਈਆਂ। ਘਰ ਥੋੜੀ ਦੂਰ ਹੀ ਸੀ। ਖੁਸ਼ਮੀਤ ਦੀਆਂ ਧੜਕਣਾਂ ਤੇਜ਼ ਹੋ ਰਹੀਆਂ ਸੀ।
ਜਿਵੇਂ ਹੀ ਉਹ ਘਰ ਦੇ ਬਾਹਰ ਪਹੁੰਚੇ ਤਾਂ ਉਹਨਾਂ ਨੂੰ ਦੇਖਦੇ ਹੀ ਘਰ ਦੇ ਬਾਹਰ ਬਹੁਤ ਸਾਰੇ ਲੋਕ ਇਕੱਠੇ ਹੋ ਗਏ। ਲੋਕਾਂ ਨੂੰ ਆਪਣੇ ਘਰ ਦੇ ਬਾਹਰ ਦੇਖ ਖੁਸ਼ਮੀਤ ਘਬਰਾ ਗਈ। ਉਹ ਗੱਡੀ 'ਚੋਂ ਉਤਰੀ, ਅੱਗੇ ਵਧੀ ਤਾਂ ਲੋਕਾਂ ਵਿੱਚ ਘੁਸਰ-ਮੁਸਰ ਚੱਲ ਰਹੀ ਸੀ। ਉਸਨੇ ਜਾਣਨ ਦੀ ਕੋਸ਼ਿਸ਼ ਕੀਤੀ ਪਰ ਉਸਨੂੰ ਕੁਝ ਵੀ ਪਤਾ ਨਹੀਂ ਚੱਲਿਆ। ਉਸਦੀ ਘਬਰਾਹਟ ਵੱਧਦੀ ਜਾ ਰਹੀ ਸੀ। ਜਦੋਂ ਉਹ ਘਰ ਦੇ ਅੰਦਰ ਵੜੀ ਤਾਂ ਦੇਖ ਕੇ ਉਸਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਪਤੀ ਤੇ ਬੇਟਾ ਵੀ ਉਸਦੇ ਪਿੱਛੇ ਆ ਗਏ ਤੇ ਉਹਨਾਂ ਦੇ ਵੀ ਹੋਸ਼ ਉੱਡ ਗਏ। ਉਹਨਾਂ ਨੇ ਦੇਖਿਆ ਕਿ ਮਾਂ ਨੂੰ ਜੰਜੀਰਾਂ ਨਾਲ ਬੰਨ੍ਹਿਆ ਹੋਇਆ ਹੈ। ਖਿਲਰੇ ਵਾਲ, ਵੱਡੇ ਵੱਡੇ ਨਹੁੰ, ਕਾਲਾ ਰੰਗ, ਸੁੱਕੇ ਬੁੱਲ, ਫਟੇ ਕੱਪੜੇ, ਨੰਗੇ ਪੈਰ। ਉਸਦੀ ਮਾਂ ਜੰਜੀਰਾਂ ਨਾਲ ਬੰਨ੍ਹੀ ਹੋਈ ਬੈਠੀ ਸੀ। ਖੁਸ਼ਮੀਤ ਸੋਚਣ ਲੱਗੀ ਕਿ ਇਹ ਉਸਦੀ ਉਹੀ ਮਾਂ ਹੈ ਜਿਸ ਨੇ ਵਿਦੇਸ਼ ਭੇਜਦੇ ਹੋਏ ਕਈ ਗੱਲਾਂ ਯਾਦ ਰੱਖਣ ਲਈ ਕਿਹਾ ਸੀ। ਉਸਦੀ ਸਾਫ਼ ਸੁਥਰੀ ਮਾਂ ਜਿਸ ਨੂੰ ਗੰਦਗੀ ਜਰਾ ਵੀ ਬਰਦਾਸ਼ਤ ਨਹੀਂ ਸੀ। ਉਸਦੀ ਉਹੀ ਬੁੱਧੀਮਾਨ ਮਾਂ ਜੋ ਚੁਟਕੀ ਵਿੱਚ ਹੀ ਸਾਰੇ ਕੰਮ ਕਰ ਲੈਂਦੀ ਸੀ। ਉਹੀ ਮਾਂ ਜਿਸ ਨੇ ਸਾਨੂੰ ਚੰਗੀ ਪਰਵਰਿਸ਼ ਦਿੱਤੀ। ਇਹ ਸੋਚ ਕੇ ਆਪਣੀ ਮਾਂ ਵੱਲ ਵਧੀ ਤੇ ਥੱਲੇ ਬੈਠ ਗਈ। ਸਭ ਤੋਂ ਪਹਿਲਾਂ ਉਸਨੇ ਆਪਣੀ ਮਾਂ ਨੂੰ ਜੰਜੀਰਾਂ ਤੋਂ ਆਜ਼ਾਦ ਕੀਤਾ ਤੇ ਫਿਰ ਉਸਦਾ ਹੱਥ ਫੜਿਆ ਤਾਂ ਮਾਂ ਡਰ ਗਈ। ਮੰਮੀ, ਮੈਂ ਹਾਂ ਖੁਸ਼ਮੀਤ, ਤੁਹਾਡੀ ਬੇਟੀ, ਤੁਹਾਡੀ ਪਿਆਰੀ ਬੇਟੀ। ਮਹਿੰਦਰ ਕੌਰ ਨੇ ਉਸਨੂੰ ਗੌਰ ਨਾਲ ਵੇਖਿਆ ਤੇ ਉਸਨੂੰ ਪਹਿਚਾਨਣ ਦੀ ਕੋਸ਼ਿਸ਼ ਕਰਨ ਲੱਗੀ, ਕਿਉਂਕਿ ਮਾਂ ਇੱਕ ਅਜਿਹਾ ਪ੍ਰਾਣੀ ਹੈ ਜੋ ਪਾਗਲ ਵੀ ਹੋ ਜਾਵੇ ਤਾਂ ਵੀ ਆਪਣੀ ਔਲਾਦ ਨੂੰ ਨਹੀਂ ਭੁੱਲਦੀ। ਉਸਨੇ ਬਹੁਤ ਗੌਰ ਨਾਲ ਖੁਸ਼ਮੀਤ ਨੂੰ ਦੇਖਿਆ ਤੇ ਬੋਲੀ, ਤੂੰ ਖੁਸ਼ਮੀਤ, ਮੇਰੀ ਖੁਸ਼ੀ। ਫਿਰ ਉਹ ਰੋਣ ਲੱਗੀ। ਖੁਸ਼ਮੀਤ ਨੇ ਆਪਣੀ ਮਾਂ ਨੂੰ ਸੀਨੇ ਨਾਲ ਲਾਇਆ। ਉਸਦਾ ਪਤੀ ਤੇ ਪੁੱਤਰ ਵੀ ਮਹਿੰਦਰ ਕੌਰ ਕੋਲ ਆ ਕੇ ਬੈਠ ਗਏ। ਕਿਸਮਤ ਵੀ ਕਿਹੋ ਜਿਹੀ ਖੇਡ ਖੇਡਦੀ ਹੈ। 3 ਸਾਲ ਬਾਅਦ ਮਾਵਾਂ ਧੀਆਂ ਮਿਲੀਆਂ ਤਾਂ ਵੀ ਉਹ ਅਜਿਹੇ ਹਾਲਾਤ ਵਿੱਚ। ਫਿਰ ਖੁਸ਼ਮੀਤ ਨੇ ਆਪਣੀ ਭਾਬੀ ਨੂੰ ਪੁੱਛਿਆ ਕਿ ਇਹ ਸਭ ਕਿਵੇਂ ਹੋਇਆ। ਮੰਮੀ ਤਾਂ ਚੰਗੇ ਭਲੇ ਸੀ, ਤਾਂ ਅਜਿਹੀ ਹਾਲਤ ਕਿਉਂ? ਜੰਜੀਰਾਂ ਵਿੱਚ ਕਿਉਂ ਬੰਨਿਆ ਹੋਇਆ ਹੈ ਮੰਮੀ ਨੂੰ? ਖੁਸ਼ਮੀਤ ਨੇ ਇੱਕੋ ਸਾਹ ਕਈ ਸਵਾਲ ਕੀਤੇ। ਖੁਸ਼ਮੀਤ ਦੇ ਸਵਾਲਾਂ ਨਾਲ ਉਸਦੀ ਭਾਬੀ ਦੇ ਚਿਹਰੇ ਦੀਆਂ ਹਵਾਈਆਂ ਉੱਡ ਗਈਆਂ। ਖੁਸ਼ਮੀਤ ਵੀ ਆਪਣੀ ਮਾਂ ਦੀ ਤਰ੍ਹਾਂ ਹੀ ਦਿਮਾਗੀ ਸੀ। ਉਸਨੇ ਆਪਣੀ ਭਾਬੀ ਦਾ ਚਿਹਰਾ ਦੇਖਦੇ ਹੀ ਅੰਦਾਜ਼ਾ ਲਗਾ ਲਿਆ ਸੀ ਤੇ ਖੜੇ ਹੋ ਕੇ ਭਾਬੀ ਕੋਲ ਆਈ ਤੇ ਫਿਰ ਉਸਨੇ ਉਹੀ ਸਵਾਲ ਦੁਬਾਰਾ ਕੀਤੇ ਤਾਂ ਉਸਦੀ ਭਰਜਾਈ ਬੋਲੀ, ਮੰਮੀ ਪਾਗਲ ਹੋ ਗਈ ਹੈ, ਇਸ ਲਈ ਬੰਨਿਆ ਹੈ ਕਿਉਂਕਿ ਇਹ ਸਾਨੂੰ ਸਭ ਨੂੰ ਪਰੇਸ਼ਾਨ ਕਰਦੀ ਹੈ। ਇੰਨਾ ਸੁਣਦੇ ਹੀ ਖੁਸ਼ਮੀਤ ਨੇ ਖਿੱਚ ਕੇ ਜ਼ੋਰਦਾਰ ਥੱਪੜ ਉਸਦੇ ਜੜ ਦਿੱਤਾ। ਉਸਦੀ ਭਰਜਾਈ ਨੇ ਰੋਣਾ ਕਰਲਾਉਣਾ ਸ਼ੁਰੂ ਕਰ ਦਿੱਤਾ। ਮੈਨੂੰ ਕਿਉਂ ਮਾਰਿਆ? ਤੇਰੀ ਮਾਂ ਨੇ ਮੇਰਾ ਜਿਉਣਾ ਹਰਾਮ ਕਰ ਰੱਖਿਆ। ਪਾਗਲਖਾਨੇ ਭੇਜਣਾ ਹੈ ਤੇਰੀ ਮਾਂ ਨੂੰ। ਖੁਸ਼ਮੀਤ ਨੇ ਫਿਰ ਆਪਣੇ ਪੈਰਾਂ ਦੀ ਚੱਪਲ ਲਾ ਕੇ ਭਰਜਾਈ ਦੇ ਜੜ ਦਿੱਤੀ। ਉਸਦੀ ਭਰਜਾਈ ਚੀਕਦੀ ਹੋਈ ਕਮਰੇ ਵਿੱਚ ਜਾ ਵੜੀ ਤੇ ਦਰਵਾਜ਼ਾ ਬੰਦ ਕਰ ਲਿਆ। ਉਦੋਂ ਹੀ ਉੱਥੇ ਖੁਸ਼ੀ ਦਾ ਭਰਾ ਰਜਿੰਦਰ ਵੀ ਆ ਗਿਆ। ਖੁਸ਼ਮੀਤ ਨੂੰ ਦੇਖ ਕੇ ਘਬਰਾ ਗਿਆ। ਖੁਸ਼ਮੀਤ ਨੇ ਰਜਿੰਦਰ ਨੂੰ ਵੀ ਉਹੀ ਸਵਾਲ ਕੀਤੇ ਤਾਂ ਉਹ ਵੀ ਉਹੀ ਜਵਾਬ ਦੇਣ ਲੱਗਾ। ਖੁਸ਼ਮੀਤ ਨੇ ਇੱਕ ਜ਼ੋਰਦਾਰ ਥੱਪੜ ਉਸਦੇ ਵੀ ਜੜ ਦਿੱਤਾ। ਉਹ ਗੱਲ ਤੇ ਹੱਥ ਰੱਖ ਕੇ ਇੱਕ ਪਾਸੇ ਖੜਾ ਹੋ ਗਿਆ ਤੇ ਕਹਿਣ ਲੱਗਾ, ਅਸੀਂ ਕੀ ਕਰੀਏ? ਜਦੋਂ ਮਾਂ ਪਾਗਲ ਹੋ ਗਈ ਆ, ਪਰੇਸ਼ਾਨ ਕਰਦੀ ਆ, ਤਾਂ ਹੁਣ ਇਸ ਨੂੰ ਪਾਗਲਖਾਨੇ ਭੇਜਣਾ ਹੀ ਪੈਣਾ। ਮੇਰੀ ਗੱਲ ਹੋ ਗਈ ਹੈ ਪਾਗਲਖਾਨੇ ਵਾਲੇ ਡਾਕਟਰ ਨਾਲ। ਮੰਮੀ ਨਹੀਂ, ਤੁਸੀਂ ਸਭ ਨਹੀਂ ਜਾਓਗੇ ਪਾਗਲਖਾਨੇ। ਮੈਂ ਤੁਹਾਡੇ ਉੱਤੇ ਮੈਂਟਲ ਹਰਾਸਮੈਂਟ ਦਾ ਕੇਸ ਕਰੂੰਗੀ। ਮੇਰੀ ਮਾਂ ਦੀ ਕੀ ਹਾਲਤ ਕਰ ਦਿੱਤੀ ਤੁਸੀਂ ਪਾਪੀ ਲੋਕਾਂ ਨੇ। ਇੱਕ ਮਾਂ ਨਹੀਂ ਸੰਭਾਲੀ ਗਈ ਤੁਹਾਡੇ ਕੋਲੋਂ। ਹੁਣ ਦੇਖਿਓ ਮੈਂ ਤੁਹਾਡਾ ਕੀ ਹਸ਼ਰ ਕਰਦੀ ਹਾਂ। ਇੰਨਾ ਕਹਿੰਦੀ ਹੋਈ ਖੁਸ਼ਮੀਤ ਆਪਣੀ ਮਾਂ ਨੂੰ ਲੈ ਕੇ ਕਮਰੇ ਵਿੱਚ ਚਲੀ ਗਈ ਤੇ ਉਸਦੇ ਪਤੀ ਨੇ ਖਾਣਾ ਆਰਡਰ ਕਰ ਦਿੱਤਾ। ਖੁਸ਼ਮੀਤ ਨੇ ਆਪਣੀ ਮਾਂ ਦੇ ਵਾਲਾਂ ਵਿੱਚ ਤੇਲ ਲਾ ਕੇ ਮਾਲਿਸ਼ ਕੀਤੀ। ਉਸਦੇ ਲਈ ਜੋ ਕੱਪੜੇ ਲੈ ਕੇ ਆਈ ਸੀ ਉਹ ਕੱਢੇ ਤੇ ਪਵਾ ਦਿੱਤੇ। ਉਦੋਂ ਤੱਕ ਖਾਣਾ ਵੀ ਆ ਗਿਆ। ਉਸਨੇ ਆਪਣੇ ਹੱਥਾਂ ਨਾਲ ਮਹਿੰਦਰ ਕੌਰ ਨੂੰ ਖਾਣਾ ਖਵਾਇਆ। ਉਸਦਾ ਮੂੰਹ ਸਾਫ਼ ਕੀਤਾ। ਇੰਨੇ ਵਿੱਚ ਵਾਲ ਵੀ ਸੁੱਕ ਗਏ। ਫਿਰ ਉਸਨੇ ਵਾਲ ਵਾਹ ਦਿੱਤੇ ਤੇ ਮਹਿੰਦਰ ਕੌਰ ਪਹਿਲਾਂ ਦੀ ਤਰ੍ਹਾਂ ਹੀ ਦਿਖਣ ਲੱਗੀ। ਆਪਣੀ ਮਾਂ ਨੂੰ ਤਿਆਰ ਕਰਦੇ ਕਰਦੇ ਉਸਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ। ਉਦੋਂ ਹੀ ਉੱਥੇ ਗਵਾਂਢਣ ਆ ਗਈ। ਪਤੀ ਤੇ ਬੱਚਿਆਂ ਨਾਲ ਖੁਸ਼ਮੀਤ ਨੂੰ ਦੇਖ ਕੇ ਉਹ ਬਹੁਤ ਖੁਸ਼ ਹੋਈ। ਜਦੋਂ ਮਹਿੰਦਰ ਕੌਰ ਤੇ ਨਜ਼ਰ ਪਈ ਤਾਂ ਉਹ ਦੇਖਦੀ ਹੀ ਰਹਿ ਗਈ ਤੇ ਕਹਿੰਦੀ, ਕਿੰਨੀ ਸੋਹਣੀ ਲੱਗ ਰਹੀ ਆ, ਜਿਵੇਂ ਪਹਿਲਾਂ ਲੱਗਦੀ ਹੁੰਦੀ ਸੀ। ਅੱਜ ਧੀ ਦੇ ਆਉਣ ਨਾਲ ਮਹਿੰਦਰ ਕੌਰ ਲੱਗ ਰਹੀ ਆ। ਨਹੀਂ ਤਾਂ ਇਸ ਨੂੰ ਦੇਖ ਕੇ
ਮੈਨੂੰ ਰੋਣਾ ਆ ਜਾਂਦਾ ਸੀ। ਆਂਟੀ, ਮੰਮੀ ਦੇ ਨਾਲ ਕੀ ਹੋਇਆ? ਉਹਨਾਂ ਨੇ ਕੀ ਕੀਤਾ ਹੈ ਮੰਮੀ ਨਾਲ ਜੋ ਮੰਮੀ ਪਾਗਲ ਹੋ ਗਈ? ਖੁਸ਼ਮੀਤ ਨੇ ਬਹੁਤ ਗਹਿਰਾਈ ਨਾਲ ਪੁੱਛਿਆ। ਧੀਏ, ਕੀ ਦੱਸਾਂ? ਜਦੋਂ ਦੀ ਤੇਰੀ ਭਰਜਾਈ ਘਰ ਵਿੱਚ ਆਈ ਆ, ਉਸਨੇ ਘਰ ਨੂੰ ਨਰਕ ਬਣਾ ਦਿੱਤਾ ਹੈ। ਮਹਿੰਦਰ ਕੌਰ ਦੇ ਵੇਲੇ ਇਹੀ ਘਰ ਸਵਰਗ ਹੁੰਦਾ ਸੀ, ਉਸਨੇ ਬਰਬਾਦ ਕਰ ਦਿੱਤਾ। ਮਹਿੰਦਰ ਕੌਰ ਨੂੰ ਪਾਗਲ ਕਰਕੇ ਬਹੁਤ ਬੁਰਾ ਵਿਹਾਰ ਕਰਦੀ ਸੀ। ਉਸ ਤੋਂ ਹੀ ਸਾਰੇ ਕੰਮ ਕਰਾਉਂਦੀ ਤੇ ਰਜਿੰਦਰ ਦੇ ਅੱਗੇ ਇਸ ਤਰ੍ਹਾਂ ਦਿਖਾਉਂਦੀ ਕਿ ਸਾਰੇ ਕੰਮ ਉਹੀ ਕਰਦੀ ਆ। ਹੋਰ ਤਾਂ ਹੋਰ, ਆਉਂਦੇ ਜਾਂਦੇ ਉਹ ਇਸ ਨੂੰ ਛੇੜਦੀ ਵੀ ਰਹਿੰਦੀ ਸੀ। ਇਸ ਦੇ ਵਾਲ ਕੱਟ ਦਿੱਤੇ। ਜਦੋਂ ਇਹਨੇ ਝਾੜੂ ਲਾਉਣਾ ਤਾਂ ਉਸਨੇ ਪਿੱਛੋਂ ਛਿਲਕੇ ਸਿੱਟ ਦੇਣੇ ਤੇ ਮਹਿੰਦਰ ਕੌਰ ਨੇ ਡਿੱਗ ਜਾਣਾ। ਇਹਨਾਂ ਸਭ ਹਰਕਤਾਂ ਦਾ ਉਸਦੇ ਦਿਮਾਗ ਤੇ ਅਸਰ ਪਿਆ ਹੈ। ਇਹ ਗੱਲਾਂ ਸੁਣ ਕੇ ਖੁਸ਼ਮੀਤ ਦੇ ਅੰਦਰ ਹੋਰ ਗੁੱਸਾ ਭਰ ਗਿਆ। ਉਸਨੇ ਉਹਨਾਂ ਦੋਨਾਂ ਤੇ ਮੈਂਟਲ ਹਰਾਸਮੈਂਟ ਦਾ ਕੇਸ ਕਰ ਦਿੱਤਾ। ਦੋਨੋਂ ਭਰਾ ਭਰਜਾਈ ਨੇ ਮਾफ़ੀ ਮੰਗੀ, ਪਰ ਖੁਸ਼ਮੀਤ ਨੇ ਉਹਨਾਂ ਨੂੰ ਮਾफ़ ਨਹੀਂ ਕੀਤਾ। ਉਹਨਾਂ ਨੂੰ ਕੀਤੇ ਦਾ ਨਤੀਜਾ ਭੁਗਤਣਾ ਪਿਆ। ਖੁਸ਼ਮੀਤ ਆਪਣੀ ਮਾਂ ਨੂੰ ਆਪਣੇ ਨਾਲ ਵਿਦੇਸ਼ ਲੈ ਗਈ ਤੇ ਉੱਥੇ ਚੰਗੇ ਹਸਪਤਾਲ ਵਿੱਚ ਇਲਾਜ ਕਰਵਾਇਆ, ਜਿਸ ਨਾਲ ਉਸ ਦੀ ਸਿਹਤ ਵਿੱਚ ਸੁਧਾਰ ਆਉਂਦਾ ਗਿਆ। ਉਹ ਆਪਣੀ ਪੁਰਾਣੀ ਜ਼ਿੰਦਗੀ ਵੱਲ ਵਾਪਸ ਆਉਣ ਲੱਗੀ ਤੇ ਇੱਕ ਦਿਨ ਬਿਲਕੁਲ ਸਹੀ ਹੋ ਗਈ। ਖੁਸ਼ਮੀਤ ਨੇ ਆਪਣੀ ਮਾਂ ਦੀ ਸੇਵਾ ਵਿੱਚ ਕੋਈ ਕਮੀ ਨਹੀਂ ਛੱਡੀ। ਉਸ ਦਾ ਪਤੀ ਤੇ ਪੁੱਤਰ ਵੀ ਉਸ ਦੇ ਅੱਗੇ ਪਿੱਛੇ ਰਹਿੰਦੇ। ਉਹਨਾਂ ਦੇ ਪਿਆਰ, ਦੇਖਭਾਲ ਤੇ ਮਾਨ ਸਨਮਾਨ ਨਾਲ ਮਹਿੰਦਰ ਕੌਰ ਜਲਦੀ ਠੀਕ ਹੋ ਗਈ ਤੇ ਧੀ ਜਵਾਈ ਤੇ ਦੋਤੇ ਨਾਲ ਸੁਖੀ ਜੀਵਨ ਜਿਉਣ ਲੱਗੀ। ਸੋ ਤੁਸੀਂ ਦੱਸਿਓ ਕਿ ਧੀ ਨੇ ਜੋ ਕੀਤਾ ਸਹੀ ਕੀਤਾ? ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਲਿਖਣਾ ਜ਼ਰੂਰ। ਚੰਗੀ ਲੱਗੀ ਕਹਾਣੀ ਲਾਈਕ ਵੀ ਕਰਿਓ, ਦੋਸਤਾਂ ਨਾਲ ਸ਼ੇਅਰ ਵੀ ਕਰਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ। ਬਾਕੀ ਦੀਆਂ ਕਹਾਣੀਆਂ ਵੀ ਸੁਣਦੇ ਰਹੋ। ਧੰਨਵਾਦ।